ਪ੍ਰਾਈਮ ਏਸ਼ੀਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਿਆ। ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ, ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਜਪਾ ਵੱਲੋਂ ਜਾਰੀ ਕੀਤੇ ਗਏ ਮੈਨੀਫੈਸਟੋ ਦੀ। ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰ ਦੇਣਾ ਹੈ। ਕਿੰਨਾ ਕੁ ਸੱਚ ਹੈ, ਕਿੰਨਾ ਕੁ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਦੋਸ਼ ਲੱਗੇ ਸੀ, ਹੁਣ ਉਹਨਾਂ ਦੋਸ਼ਾਂ ਨੂੰ ਉਸਨੇ ਮੰਨਿਆ ਵੀ ਹੈ। ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਗੱਲ ਅੱਜ ਰਾਮ ਰਹੀਮ ਦੀ ਵੀ ਕਰਾਂਗੇ ਕਿ ਚੋਣਾਂ ਦੇ ਉੱਪਰ ਕੀ ਪ੍ਰਭਾਵ ਪੈ ਸਕਦਾ। ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਨ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ। ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ ਨਵਜੀਤ, ਮਾਫ ਕਰਨਾ ਤੁਹਾਡੀ ਗੱਲ ਕੱਟਣ ਲੱਗਾ ਮੈਂ ਜੀ। ਪਹਿਲਾਂ ਤੁਸੀਂ 2 ਮਿੰਟ ਮੈਨੂੰ ਆਪਣੇ ਦਰਸ਼ਕਾਂ ਨਾਲ ਗੱਲ ਕਰ ਲੈਣ ਦਿਓ। ਜੀ ਪੰਨੂ ਸਾਹਿਬ। ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੇ ਦਰਸ਼ਕ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਕਈ ਵਾਰੀ ਕੁਝ ਲੋਕ ਕਹਿੰਦੇ ਜੀ ਫਲਾਣੇ ਨੇ ਤੁਹਾਡੀ ਮਿਹਨਤ ਕੀਤੀ, ਫਲਾਣੇ ਨੇ ਤੁਹਾਡਾ ਨੁਕਸ ਕੱਢਿਆ। ਨੁਕਸ ਨਹੀਂ ਕੱਢਿਆ, ਉਹ ਸਾਨੂੰ ਕਰੈਕਟ ਕਰਨ ਦਾ ਯਤਨ ਕਰਦੇ ਆ, ਕਿਤੇ ਨਾ ਕਿਤੇ ਵਿੱਚ ਗਲਤੀ ਰਹਿ ਜਾਂਦੀ ਹੈ। ਮਿਸਾਲ ਦੇ ਤੌਰ ਤੇ ਕੱਲ ਜਦੋਂ ਗੁਰਮੀਤ ਬਾਵਾ ਦੀ ਗੱਲ ਕੀਤੀ ਤੇ ਮੇਰੇ ਮੂੰਹ ਨਿਕਲ ਗਿਆ 42 ਮਿੰਟ, ਤੁਹਾਡਾ ਵੀ ਧਿਆਨ ਨਾ ਗਿਆ ਜੀ। ਵੇਗ ਵਿੱਚ ਅਸੀਂ ਕਹਿ ਦਿੱਤਾ, ਜਦੋਂ ਸਪੀਡ 'ਚ ਜਾਂਦੇ ਹੋਏ ਕਾਹਲੀ 'ਚ ਮੂੰਹ ਨਿਕਲ ਜਾਂਦਾ। ਉਹਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਸੁਜੈਸਟ ਕੀਤਾ ਕਿ ਤੁਸੀਂ ਗਲਤ ਕਹਿ ਗਏ ਹੋ, ਉਹਨਾਂ ਸਾਰਿਆਂ ਦਾ ਧੰਨਵਾਦ, ਬਹੁਤ ਮਿਹਰਬਾਨੀ। ਸਾਰਿਆਂ ਨੂੰ ਪਤਾ ਕਿ ਅੱਧੇ ਪੌਣੇ ਮਿੰਟ ਤੋਂ ਵੱਧ ਕਿਸੇ ਦਾ ਸਾਹ ਨਹੀਂ ਹੁੰਦਾ, 42 ਮਿੰਟ ਤੇ ਕਾਹਨੂੰ ਹੋਊਗਾ ਜੀ। 1 ਘੰਟਾ ਸਾਹ ਬੰਦ ਕਰਕੇ ਰਹਿਣ ਵਾਲਾ ਇਹੋ ਜਿਹਾ ਕੋਈ ਸੁਪਰ ਹਿਊਮਨ ਜਿਹੜਾ ਹੈ ਨਹੀਂਗਾ ਦੁਨੀਆ 'ਤੇ, ਉਹ ਤਾਂ ਹੋ ਹੀ ਨਹੀਂ ਸਕਦਾ। ਹੁਣ ਇਹਦੇ ਸੰਬੰਧ 'ਚ ਇੱਕ ਮੈਂ ਬੇਨਤੀ ਕਰਾਂ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਉਹ ਇਹ ਕਿ ਜਦੋਂ ਇਹੋ ਜਿਹਾ ਮੌਕਾ ਹੋਵੇ, ਮੇਰੇ ਕੋਲੋਂ ਵੀ ਬੜੀ ਵਾਰ ਇਹੋ ਜਿਹੀਆਂ ਗੱਲਾਂ ਨਿਕਲੀਆਂ, ਬਾਕੀਆਂ ਤੋਂ ਵੀ ਨਿਕਲ ਜਾਂਦੀਆਂ। ਮਿਸਾਲ ਦੇ ਤੌਰ ਤੇ 15 ਕੁ ਦਿਨ ਪਹਿਲਾਂ ਮੈਂ ਕਹਿਣਾ ਸੀ ਬੱਸੀ ਪਠਾਣਾ, ਕਹਿ ਤਾ ਡੇਰਾ ਬੱਸੀ। ਅੱਧੇ ਘੰਟੇ ਬਾਅਦ 4-5 ਜਣਾਂ ਦੇ ਮੈਨੂੰ ਫੋਨ ਆ ਗਏ। ਇਹ ਰਲਦੇ ਮਿਲਦੇ ਨਾਂ ਹੁੰਦੇ ਆ ਜਿਨ੍ਹਾਂ ਤੇ ਭੁਲੇਖੇ ਪੈਂਦੇ ਆ ਜੀ। ਇੱਥੇ 2-3 ਵਾਰੀ ਮੈਂ ਵੇਖਿਆ ਦੂਸਰੇ ਚੈਨਲਾਂ ਤੇ, ਉਹ ਫਤਿਹਗੜ੍ਹ ਸਾਹਿਬ ਤੇ ਫਤਿਹਗੜ੍ਹ ਚੂੜੀਆਂ ਦੋਵਾਂ ਨੂੰ ਰਲ ਗੱਡ ਕਰ ਜਾਂਦੇ। ਇੱਕ ਦਿਨ ਇੱਕ ਹਿੰਦੀ ਚੈਨਲ ਵਾਲੀ ਬੀਬੀ ਨੇ ਇਹ ਆਖਿਆ, ਫਲਾਣੇ ਉਮੀਦਵਾਰ ਫਤਿਹਗੜ੍ਹ ਸਾਹਿਬ ਚੂੜੀਆਂ ਤੋਂ ਲੜਦੇ ਪਏ। ਫਤਿਹਗੜ੍ਹ ਸਾਹਿਬ ਚੂੜੀਆਂ ਨਹੀਂ ਗਾ, ਫਤਿਹਗੜ੍ਹ ਚੂੜੀਆਂ ਹੋ ਰਿਹਾ, ਫਤਿਹਗੜ੍ਹ ਸਾਹਿਬ ਹੋ ਰਿਹਾ। ਉਹ ਕਾਹਲੀ 'ਚ ਨਿਕਲ ਗਿਆ, ਕਿੱਦਾਂ ਨਿਕਲ ਗਿਆ ਮੈਨੂੰ ਪਤਾ ਨਹੀਂ। ਇੱਕ ਦਿਨ ਇੱਕ ਹੋਰ ਵਿਸ਼ਲੇਸ਼ਕ ਗੱਲ ਕਰ ਰਿਹਾ ਸੀ ਅਕਾਲੀ ਰਾਜਨੀਤੀ ਦੀ। ਉਹ ਕਹਿਣਾ ਇਹ ਚਾਹੁੰਦਾ ਸੀ ਕਿ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਤੇ ਇਹਨਾਂ ਨੇ ਆਪਣੇ ਪੁਰਾਣੇ ਮਿੱਤਰ, ਜਵਾਨੀ ਵੇਲੇ ਦੇ ਮਿੱਤਰ ਗੁਰਦੇਵ ਸਿੰਘ ਬਾਦਲ ਨੂੰ ਆਪਣੇ ਨਾਲ ਮਿੱਤਰ ਬਣਾਇਆ, ਮੰਤਰੀ ਬਣਾਇਆ ਜੀ। ਹੁਣ ਮੈਂ ਵੀ ਆ ਮੰਤਰੀ ਦੀ ਬਜਾਏ ਮਿੱਤਰ ਕਹਿ ਗਿਆ। ਪਹਿਲਾਂ ਤੁਸੀਂ 2 ਮਿੰਟ ਮੈਨੂੰ ਆਪਣੇ ਦਰਸ਼ਕਾਂ ਨਾਲ ਗੱਲ ਕਰ ਲੈਣ ਦਿਓ। ਜੀ ਪੰਨੂ ਸਾਹਿਬ। ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੇ ਦਰਸ਼ਕ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਕਈ ਵਾਰੀ ਕੁਝ ਲੋਕ ਕਹਿੰਦੇ ਜੀ ਫਲਾਣੇ ਨੇ ਤੁਹਾਡੀ ਮਿਹਨਤ ਕੀਤੀ, ਫਲਾਣੇ ਨੇ ਤੁਹਾਡਾ ਨੁਕਸ ਕੱਢਿਆ। ਨੁਕਸ ਨਹੀਂ ਕੱਢਿਆ, ਉਹ ਸਾਨੂੰ ਕਰੈਕਟ ਕਰਨ ਦਾ ਯਤਨ ਕਰਦੇ ਆ, ਕਿਤੇ ਨਾ ਕਿਤੇ ਵਿੱਚ ਗਲਤੀ ਰਹਿ ਜਾਂਦੀ ਹੈ। ਮਿਸਾਲ ਦੇ ਤੌਰ ਤੇ ਕੱਲ ਜਦੋਂ ਗੁਰਮੀਤ ਬਾਵਾ ਦੀ ਗੱਲ ਕੀਤੀ ਤੇ ਮੇਰੇ ਮੂੰਹ ਨਿਕਲ ਗਿਆ 42 ਮਿੰਟ, ਤੁਹਾਡਾ ਵੀ ਧਿਆਨ ਨਾ ਗਿਆ ਜੀ। ਵੇਗ ਵਿੱਚ ਅਸੀਂ ਕਹਿ ਦਿੱਤਾ, ਜਦੋਂ ਸਪੀਡ 'ਚ ਜਾਂਦੇ ਹੋਏ ਕਾਹਲੀ 'ਚ ਮੂੰਹ ਨਿਕਲ ਜਾਂਦਾ। ਉਹਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਸੁਜੈਸਟ ਕੀਤਾ ਕਿ ਤੁਸੀਂ ਗਲਤ ਕਹਿ ਗਏ ਹੋ, ਉਹਨਾਂ ਸਾਰਿਆਂ ਦਾ ਧੰਨਵਾਦ, ਬਹੁਤ ਮਿਹਰਬਾਨੀ। ਸਾਰਿਆਂ ਨੂੰ ਪਤਾ ਕਿ ਅੱਧੇ ਪੌਣੇ ਮਿੰਟ ਤੋਂ ਵੱਧ ਕਿਸੇ ਦਾ ਸਾਹ ਨਹੀਂ ਹੁੰਦਾ, 42 ਮਿੰਟ ਤੇ ਕਾਹਨੂੰ ਹੋਊਗਾ ਜੀ। 1 ਘੰਟਾ ਸਾਹ ਬੰਦ ਕਰਕੇ ਰਹਿਣ ਵਾਲਾ ਇਹੋ ਜਿਹਾ ਕੋਈ ਸੁਪਰ ਹਿਊਮਨ ਜਿਹੜਾ ਹੈ ਨਹੀਂਗਾ ਦੁਨੀਆ 'ਤੇ, ਉਹ ਤਾਂ ਹੋ ਹੀ ਨਹੀਂ ਸਕਦਾ। ਹੁਣ ਇਹਦੇ ਸੰਬੰਧ 'ਚ ਇੱਕ ਮੈਂ ਬੇਨਤੀ ਕਰਾਂ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਉਹ ਇਹ ਕਿ ਜਦੋਂ ਇਹੋ ਜਿਹਾ ਮੌਕਾ ਹੋਵੇ, ਮੇਰੇ ਕੋਲੋਂ ਵੀ ਬੜੀ ਵਾਰ ਇਹੋ ਜਿਹੀਆਂ ਗੱਲਾਂ ਨਿਕਲੀਆਂ, ਬਾਕੀਆਂ ਤੋਂ ਵੀ ਨਿਕਲ ਜਾਂਦੀਆਂ। ਮਿਸਾਲ ਦੇ ਤੌਰ ਤੇ 15 ਕੁ ਦਿਨ ਪਹਿਲਾਂ ਮੈਂ ਕਹਿਣਾ ਸੀ ਬੱਸੀ ਪਠਾਣਾ, ਕਹਿ ਤਾ ਡੇਰਾ ਬੱਸੀ। ਅੱਧੇ ਘੰਟੇ ਬਾਅਦ 4-5 ਜਣਾਂ ਦੇ ਮੈਨੂੰ ਫੋਨ ਆ ਗਏ। ਇਹ ਰਲਦੇ ਮਿਲਦੇ ਨਾਂ ਹੁੰਦੇ ਆ ਜਿਨ੍ਹਾਂ ਤੇ ਭੁਲੇਖੇ ਪੈਂਦੇ ਆ ਜੀ। ਇੱਥੇ 2-3 ਵਾਰੀ ਮੈਂ ਵੇਖਿਆ ਦੂਸਰੇ ਚੈਨਲਾਂ ਤੇ, ਉਹ ਫਤਿਹਗੜ੍ਹ ਸਾਹਿਬ
ਤੇ ਫਤਿਹਗੜ੍ਹ ਚੂੜੀਆਂ ਦੋਵਾਂ ਨੂੰ ਰਲ ਗੱਡ ਕਰ ਜਾਂਦੇ ਆ। ਇੱਕ ਦਿਨ ਇੱਕ ਹਿੰਦੀ ਚੈਨਲ ਵਾਲੀ ਬੀਬੀ ਨੇ ਇਹ ਆਖਿਆ, ਫਲਾਣੇ ਫਲਾਣੇ ਉਮੀਦਵਾਰ ਫਤਿਹਗੜ੍ਹ ਸਾਹਿਬ ਚੂੜੀਆਂ ਤੋਂ ਲੜਦੇ ਪਏ। ਫਤਿਹਗੜ੍ਹ ਸਾਹਿਬ ਚੂੜੀਆਂ ਨਹੀਂ ਗਾ, ਫਤਿਹਗੜ੍ਹ ਚੂੜੀਆਂ ਹੋ ਰਿਹਾ, ਫਤਿਹਗੜ੍ਹ ਸਾਹਿਬ ਹੋ ਰਿਹਾ। ਉਹ ਕਾਹਲੀ 'ਚ ਨਿਕਲ ਗਿਆ, ਕਿੱਦਾਂ ਨਿਕਲ ਗਿਆ ਮੈਨੂੰ ਪਤਾ ਨਹੀਂ। ਇੱਕ ਦਿਨ ਇੱਕ ਹੋਰ ਵਿਸ਼ਲੇਸ਼ਕ ਗੱਲ ਕਰ ਰਿਹਾ ਸੀ ਅਕਾਲੀ ਰਾਜਨੀਤੀ ਦੀ। ਉਹ ਕਹਿਣਾ ਇਹ ਚਾਹੁੰਦਾ ਸੀ ਕਿ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਤੇ ਇਹਨਾਂ ਨੇ ਆਪਣੇ ਪੁਰਾਣੇ ਮਿੱਤਰ, ਜਵਾਨੀ ਵੇਲੇ ਦੇ ਮਿੱਤਰ ਗੁਰਦੇਵ ਸਿੰਘ ਬਾਦਲ ਨੂੰ ਆਪਣੇ ਨਾਲ ਮਿੱਤਰ ਬਣਾਇਆ, ਮੰਤਰੀ ਬਣਾਇਆ ਜੀ। ਹੁਣ ਮੈਂ ਵੀ ਆ ਮੰਤਰੀ ਦੀ ਬਜਾਏ ਮਿੱਤਰ ਕਹਿ ਗਿਆ। ਇਹ ਕਹਿਣਾ ਚਾਹੁੰਦੇ ਸੀ ਕਿ ਮਿੱਤਰ ਨੂੰ ਮੰਤਰੀ ਬਣਾਇਆ। ਹੁਣ ਹੋਇਆ ਹੈ ਕਿ ਇਹਨਾਂ ਨੂੰ ਗੁਰਦੇਵ ਸਿੰਘ ਬਾਦਲ ਭੁੱਲ ਗਿਆ, ਉਸ ਵਿਸ਼ਲੇਸ਼ਕ ਨੂੰ। ਉਹਨੇ ਕਹਿਤਾ ਜੀ ਸਾਰੀ ਉਮਰ ਦੇ ਆਪਣੇ ਮਿੱਤਰ ਗੁਰਦਾਸ ਸਿੰਘ ਬਾਦਲ ਨੂੰ ਇਹਨਾਂ ਨੇ ਮੰਤਰੀ ਬਣਾਇਆ। ਗੁਰਦਾਸ ਸਿੰਘ ਬਾਦਲ ਕੌਣ ਆ? ਸਾਰਿਆਂ ਨੂੰ ਪਤਾ। ਭਰਾ ਦੀ ਗੱਲ ਉਹਨਾਂ ਕਹਿਤੀ ਵੀ ਉਹਨੂੰ ਬਣਾਇਆ। ਇਹ ਨਹੀਂ ਹੁੰਦਾ। ਔਰ ਇਕੱਲਾ ਅਸੀਂ ਨਹੀਂ ਕਰਦੇ, ਇਹ ਵੱਡਿਆਂ ਵੱਡਿਆਂ ਤੋਂ ਬਹੁਤ ਸਾਰਿਆਂ ਥਾਵਾਂ 'ਤੇ ਇਸ ਤਰ੍ਹਾਂ ਦੀਆਂ ਕੁਤਾਹੀਆਂ ਹੋ ਜਾਂਦੀਆਂ ਜਦੋਂ ਬੋਲਦੇ ਆ ਜੀ। ਅਟਲ ਬਿਹਾਰੀ ਵਾਜਪਾਈ ਵਰਗਾ ਬੰਦਾ ਜਿਹੜਾ 1957 ਤੋਂ ਪਾਰਲੀਮੈਂਟ ਵਿੱਚ ਇੱਕ ਅੱਧੀ ਵਾਰੀ ਬਾਹਰ ਰਿਹਾ, ਤੇ ਉਦੋਂ ਵੀ ਲੋਕ ਸਭਾ ਵਿੱਚ ਨਹੀਂ ਤੇ ਰਾਜ ਸਭਾ 'ਚ ਆ ਗਿਆ। ਉਹ ਬੋਲਦਾ ਹੋਵੇ ਧੂੰਆਂ ਕੱਢ ਦਿੰਦਾ ਸੀ। ਜਦੋਂ ਉਹ ਪ੍ਰਧਾਨ ਮੰਤਰੀ ਨਹੀਂ ਸੀ ਬਣੇ, ਉਦੋਂ ਵੀ ਵਾਜਪਾਈ ਸਾਹਿਬ ਨੂੰ UNO 'ਚ ਭਾਰਤ ਦੀ ਪ੍ਰਤੀਨਿਧਤਾ ਕਰਨ ਭੇਜਿਆ ਜਾਂਦਾ ਸੀ। ਪਰ ਪਾਰਲੀਮੈਂਟ 'ਚ ਤਕਰੀਰ ਕਰਦਿਆਂ ਕਰਦਿਆਂ ਉਹਨਾਂ ਨੇ ਕਹਿਤਾ, ਜਦੋਂ ਸਾਰਨਾਥ ਦਾ ਮੰਦਿਰ ਗਜਨਵੀ ਨੇ ਲੁੱਟਿਆ, ਥੱਲੇ ਰੌਲਾ ਪੈ ਗਿਆ ਸੋਮਨਾਥ। ਫਿਰ ਕਹਿਤਾ ਸਾਰਨਾਥ, ਫਿਰ ਰੁਕਿਆ ਜੀ ਸੋਮਨਾਥ। ਉਹਨਾਂ ਨੂੰ ਫਿਰ ਸਮਝ ਲੱਗ ਗਈ, ਕਹਿੰਦੇ ਹਾਂ ਹਾਂ ਸੋਮਨਾਥ, ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ, ਸੋਮਨਾਥ ਹੋਵੇ ਸਾਰਨਾਥ ਹੋਵੇ, ਮੈਂ ਦੋਵਾਂ ਦੇ ਵਿੱਚ ਬਰਾਬਰ ਦੀ ਸ਼ਰਧਾ ਰੱਖਦਾ। ਵਾਜਪਾਈ ਸਾਹਿਬ ਨੇ ਇੰਨੀ ਗੱਲ ਨਾਲ ਟਾਲਤਾ। ਇੱਕ ਹੋਰ ਮੌਕਾ ਸੀ ਜਦੋਂ ਵਾਜਪਾਈ ਸਾਹਿਬ ਬਜਟ ਦੇ ਉੱਤੇ ਤਕਰੀਰ ਕਰਦੇ ਪਏ ਸੀ ਤੇ ਉਹਨਾਂ ਸ਼ੁਰੂ ਕਰਤਾ। ਉਹ ਪ੍ਰਧਾਨ ਮੰਤਰੀ ਸੀਗੇ ਤੇ तकरीरें शुरू करती, क्या है हर बात का आपका बजट होता है, हर साल बजट आता है और लोग भूखे मरते हैं, लोग और से और ज़्यादा गरीब होते जाते हैं। मैं पूछना चाहता हूँ सरकार करती क्या है? मैं खजाना मंत्री से और उसकी पार्टी से पूछना चाहता हूँ। थोड़ा रौला पै गया, वो जी सरकार तुहाडी आ। तो वाजपेयी ने फिर जवाब पता किया, दरअसल उम्र का आधा समा मैं अपोजिशन में रहा हूँ, तो यहाँ प्रधानमंत्री बनने के बाद भी कभी कभी ऐसा होता है, मेरे मन में यही होता है कि मैं अपोजिशन लीडर हो रहा हूँ। जी। इस तरह ਦੀਆਂ ਗੱਲਾਂ ਬਹੁਤ ਹੋ ਜਾਂਦੀਆਂ ਨੇ। ਇੱਥੇ ਕਰਾਚੀ ਦੇ ਵਿੱਚ ਇੱਕ ਮੁਸ਼ਾਇਰਾ ਹੁੰਦਾ ਪਿਆ ਸੀ ਜੀ। ਮੁਸ਼ਾਇਰੇ ਦੇ ਵਿੱਚ ਜੇ ਕਿਸੇ ਨੇ ਇਹ ਆਖਣਾ ਹੋਵੇ ਕਿ ਆ ਬਹੁਤ ਵਧੀਆ ਸ਼ੇਰ ਆ, ਦੋ ਲਫ਼ਜ਼ ਬੋਲਦੇ, ਜਾਂ ਤਾਂ ਮੁਕਰਰ ਜਾਂ ਦੁਬਾਰਾ। ਤੇ ਇੱਕ ਪ੍ਰੋਫੈਸਰ ਸਾਹਿਬ ਉੱਠੇ ਤੇ ਉਹਨਾਂ ਕਹਿਣਾ ਤੇ ਇਹੋ ਹੀ ਸੀ, ਤੇ ਕਨਫਿਊਜ਼ ਹੋ ਜਾਓਗੇ ਮੈਂ ਦੁਬਾਰਾ ਆਖਾਂ ਕਿ ਮੁਕਰਰ ਆਖਾਂ। ਉਹ ਕਹਿੰਦੇ ਦੁਬਰਰ, ਉਹ ਦੋਵੇਂ ਇਕੱਠੇ ਕਰਤੇ ਸੀ। ਸੋ ਇਸ ਤਰ੍ਹਾਂ ਕਈ ਗੱਲਾਂ ਨਾ ਇਸ ਤਰ੍ਹਾਂ ਜਦੋਂ ਕਾਹਲੀ 'ਚ ਅਸੀਂ ਕਰਦੇ ਹਾਂ ਉਹ 'ਚ ਹੋ ਜਾਂਦੀਆਂ। ਚੀਜ਼ ਦਾ ਕੰਟੈਂਟ ਨੂੰ ਵੇਖਣਾ ਚਾਹੀਦਾ, ਗੱਲ ਕੀ ਚੱਲਦੀ ਪਈ ਆ ਉਹਨੂੰ ਵੇਖਣਾ ਚਾਹੀਦਾ। ਜਿਹੜਾ ਆਪਾਂ ਇਸ ਤਰ੍ਹਾਂ ਦੀ ਇੱਕ ਗੱਲ ਲੈ ਲੈਂਦੇ ਹਾਂ, ਇਹਦੇ ਬਾਵਜੂਦ ਮੈਂ ਕਹੂੰਗਾ ਕਿ ਸਾਡੇ ਦਰਸ਼ਕ ਪ੍ਰਾਈਮ ਏਸ਼ੀਆ ਨਾਲ ਕਿੰਨੇ ਨੇੜਿਓਂ ਜੁੜੇ ਹੋਏ ਆ। ਉਹ ਇਹ ਸਮਝਦੇ ਆ ਕਿ ਪ੍ਰਾਈਮ ਏਸ਼ੀਆ 'ਚ ਫਲਾਣੀ ਗੱਲ ਜੇ ਥੋੜ੍ਹੀ ਜਿਹੀ ਵੀ 19-21 ਹੋ ਗਈ ਆ, ਇਹਨੂੰ ਕਰੈਕਟ ਕਰਨਾ ਸਹੀ ਕਰ ਦਿੰਦੇ। ਉੱਥੇ ਬੈਠੇ ਕਿਸੇ ਜਤਿੰਦਰ ਪੰਨੂ ਤੇ ਨਵਜੀਤ ਦਾ ਕੰਮ ਨਹੀਂ, ਸਾਡਾ ਵੀ ਆ। ਉਹ ਜਦੋਂ ਇਸ ਤਰ੍ਹਾਂ ਪੁਆਇੰਟ ਆਊਟ ਕਰਦੇ ਆ ਨਾ, ਤੇ ਸਾਨੂੰ ਕੋਈ ਦੋਸ਼ੀ ਨਹੀਂ ਠਹਿਰਾ ਰਹੇ ਹੁੰਦੇ, ਅਸਲ ਵਿੱਚ ਉਹ ਸਾਡੀ ਇੱਕ ਤਰ੍ਹਾਂ ਮਦਦ ਕਰ ਰਹੇ ਹੁੰਦੇ ਆ ਤਾਂ ਕਿ ਅਗਲੀ ਵਾਰੀ ਅਸੀਂ ਠੀਕ ਠਾਕ ਕਰ ਸਕੀਏ ਜੀ। ਸੋ ਕੱਲ੍ਹ ਵਾਲੀ ਗੱਲ ਤੋਂ ਬਾਅਦ ਮੈਂ ਬਹੁਤ ਸਾਰੇ ਦਰਸ਼ਕਾਂ ਦਾ ਇਸ ਗੱਲ ਲਈ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਕਰੈਕਟ ਕਰਨ ਦੀ ਜ਼ਿੰਮੇਵਾਰੀ ਨਿਭਾਈ ਆ, ਤੇ ਮੈਂ ਇਹ ਵੀ ਆਸ ਰੱਖਦਾ ਕਿ ਅੱਗੇ ਤੋਂ ਵੀ ਨਿਭਾਉਂਦੇ ਰਹਿਣਗੇ। ਇਹ ਬੜੀ ਖੁਸ਼ੀ ਦੀ ਗੱਲ ਹੈ, ਸਾਥ ਮਿਲਦਾ ਰਹੇ, ਪਰਿਵਾਰ ਬਣਦਾ ਤਾਂ ਹੀ ਅੱਗੇ ਵੱਲ ਪਰਿਵਾਰ ਸਾਡਾ, ਉਹ ਬੜੀਆਂ ਗੱਲਾਂ ਨਿਕਲ ਜਾਂਦੀਆਂ। ਮੈਂ ਇੱਕ ਵਾਰੀ ਉੱਥੇ ਕੈਨੇਡਾ ਦੀ ਗੱਲ ਕਰਦਾ ਪਿਆ ਸਾਂ ਤੇ ਮੈਂ ਕਹਿਤਾ ਕਿ ਸਾਡੇ ਕੋਲ ਇਸ ਤਰ੍ਹਾਂ ਸੁਨੇਹਾ ਆਇਆ ਕਿ ਉੱਥੇ ਬੀਬੀਆਂ ਕਾਰ 'ਚ ਜਾ ਰਹੀਆਂ ਸਨ ਤੇ ਉਹਨਾਂ ਦੀ ਕਾਰ ਦਾ ਡਰਾਈਵਰ, ਅਸਲ 'ਚ ਡਰਾਈਵਰ ਨਹੀਂ ਸੀ, ਉਹਨਾਂ ਦਾ ਕੁਲੀਗ ਸੀ, ਪਰਿਵਾਰ ਦਾ ਹੀ ਮੈਂਬਰ ਸੀ ਜੀ। ਮੈਨੂੰ ਅੱਜ ਵੀ ਜਾਪਦਾ ਕਿ ਪਰਿਵਾਰ ਦੇ ਮੈਂਬਰ ਨੂੰ, ਭਾਵੇਂ ਉਹ ਡਰਾਈਵਰ ਦਾ ਹੀ ਕੰਮ ਕਰ ਰਿਹਾ ਸੀ, ਉਸ ਵਕਤ ਗੱਡੀ ਚਲਾ ਰਿਹਾ ਸੀ, ਉਹਨੂੰ ਡਰਾਈਵਰ ਆਖਣਾ ਇੱਦਾਂ ਜਿਵੇਂ ਕੋਈ ਕਰਿੰਦਾ ਹੁੰਦਾ, ਉਹ ਗੱਲ ਗਲਤ ਹੋ ਗਈ ਸੀ। ਉਦੋਂ ਵੀ ਕਿਸੇ ਨੇ ਪੁਆਇੰਟ ਆਊਟ ਕੀਤਾ। ਇੱਦਾਂ ਬਹੁਤ ਸਾਰੀਆਂ ਗੱਲਾਂ ਨਾ ਆਖੀਆਂ ਜਾਂਦੀਆਂ ਨੇ। ਅੱਜ ਇੱਕ ਉਮੀਦਵਾਰ ਦਾ ਨਾਂ ਇੱਕ ਬੜੇ ਵੱਡੇ ਅਖਬਾਰ ਦੇ ਵਿੱਚ ਗਲਤ ਲਿਖਿਆ ਪਿਆ, ਮੈਨੂੰ ਲੱਗਦਾ ਉਹ ਕੱਲ੍ਹ ਨੂੰ 19-21 ਹੋ ਗਈ, ਆਪੇ ਕਰੈਕਸ਼ਨ ਵੀ ਕਰਨਗੇ।
ਪਰ ਅਸੀਂ ਉਸ ਸਮਾਜ ਵਿੱਚੋਂ ਆ ਜਿੱਥੇ ਅਰਦਾਸ ਵਿੱਚ ਆਖਿਆ ਜਾਂਦਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਜੀ ਸੋ ਇਹ ਮੈਂ ਦਰਸ਼ਕਾਂ ਨੂੰ ਆਖੂੰਗਾ ਕਿ ਤੁਹਾਡੀ ਮਿਹਰਬਾਨੀ ਕਿ ਤੁਸੀਂ ਪਿਆਰ ਕਰਦੇ ਹੋ, ਸਾਨੂੰ ਕਰੈਕਟ ਕਰਨ ਦਾ ਯਤਨ ਕਰਦੇ ਆ ਤੇ ਕਰਦੇ ਵੀ ਰਹੋ। ਜੀ ਪੰਜ ਸਾਹਿਬ, ਖਬਰਾਂ ਵੱਲ ਆਉਂਦੇ ਆ ਫਿਰ। ਭਾਜਪਾ ਨੇ ਅੱਜ ਮੈਨੀਫੈਸਟੋ ਜਾਰੀ ਕੀਤਾ ਹੈ, ਕਹਿੰਦੇ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰ ਦਾਂਗੇ। 2017 ਕਾਂਗਰਸ ਸ਼੍ਰੀ ਗੁਟਕਾ ਸਾਹਿਬ ਹੱਥ ਫੜ ਕੇ ਸਹੁੰ ਖਾਣੀ, ਉੱਦਾਂ ਦੀ ਗੱਲ ਫਿਰ ਕਰ ਦਿੱਤੀ ਹੈ। ਕਿਵੇਂ ਦੇਖਦੇ ਆ, ਨਸ਼ਾ ਖਤਮ ਕਰ ਦੇਣਗੇ ਫਿਰ? ਨਹੀਂ, ਭਾਜਪਾ ਨੇ ਨਾ ਗੁਟਕਾ ਫੜਿਆ ਨਾ ਸਹੁੰ ਖਾਧੀ। ਜੀ ਉਹਨੇ ਆਖਿਆ ਸੀ ਕਰਾਂਗੇ। ਹੁਣ ਇੱਕ ਗੱਲ ਤਾਂ ਹੈਗੀ ਆ, ਉੱਤਰ ਪ੍ਰਦੇਸ਼ ਦੇ ਵਿੱਚ ਰਾਜ ਭਾਜਪਾ ਦਾ ਹੋਵੇ ਜਾਂ ਕਾਂਗਰਸ ਦਾ ਜਾਂ ਸਮਾਜਵਾਦੀ ਪਾਰਟੀ ਦਾ ਜਾਂ ਬਹੁਜਨ ਸਮਾਜ ਪਾਰਟੀ ਦਾ, ਗੁੰਡਾਗਰਦੀ ਤਾਂ ਉੱਥੇ ਰਹੀ, ਜੀ ਡਾਕੂ ਤੇ ਰਹੇ, ਪਰ ਪੰਜਾਬ ਵਾਂਗ ਘਰ ਘਰ ਚਿੱਟਾ ਨਹੀਂ ਪਹੁੰਚਿਆ, ਨਸ਼ਾ ਨਹੀਂ ਪਹੁੰਚਿਆ। ਗੁਜਰਾਤ ਵਿੱਚ ਇਹ ਤੇ ਹੁੰਦਾ ਕਿ ਉੱਥੋਂ ਦੀ ਬੰਦਰਗਾਹ ਤੋਂ ਮਾਲ ਲੰਘਦਾ ਤੇ ਪੰਜਾਬ ਤੱਕ ਪਹੁੰਚ ਜਾਂਦਾ। ਇਹ ਪੰਜਾਬ ਤੱਕ ਪਹੁੰਚ ਜਾਂਦਾ। ਰਾਹ 'ਚ ਰਾਜਸਥਾਨ ਵੀ ਆ, ਰਾਜਸਥਾਨ ਦੇ ਵਿੱਚ ਚਿੱਟਾ ਘਰ ਘਰ ਨਹੀਂ ਪਹੁੰਚਿਆ, ਗੁਜਰਾਤ 'ਚ ਨਹੀਂ ਪਹੁੰਚਿਆ। ਮੱਧ ਪ੍ਰਦੇਸ਼ 'ਚ ਅਫੀਮ ਦੀ ਖੇਤੀ ਹੁੰਦੀ ਆ, ਉੱਥੇ ਨਹੀਂ ਪਹੁੰਚਿਆ। ਜੇ ਪੰਜਾਬ ਪਹੁੰਚਿਆ ਤਾਂ ਕਿਹਨੇ ਪਹੁੰਚਾਇਆ? ਇਹਦਾ ਮਤਲਬ ਕੋਈ ਸਿਆਸੀ ਲੋਕ ਸੀ ਜਿਨ੍ਹਾਂ ਸਰਪ੍ਰਸਤੀ ਕਰਕੇ ਸਾਰਾ ਕੁਝ ਕਰਾਇਆ। ਆ ਪਿੱਛੇ ਜੇ ਜਦੋਂ ਅਡਾਨੀ ਦੀ ਬੰਦਰਗਾਹ ਦੇ ਉੱਤੇ ਕਹਿੰਦੇ ਸੀ ਕਿ ਕਈ ਹਜ਼ਾਰ ਕਰੋੜ ਦਾ ਮਾਲ ਫੜਿਆ ਗਿਆ ਤੇ ਉਹਦੀ ਪੁੱਛਗਿੱਛ ਹੋਈ ਤੇ ਆ ਕੇ ਅੰਮ੍ਰਿਤਸਰ ਦਾ ਕੌਂਸਲਰ ਫੜਿਆ ਗਿਆ, ਪਤਾ ਲੱਗਾ ਕਿ ਸਾਰੀ ਖੇਡ ਅੰਮ੍ਰਿਤਸਰ ਤੋਂ ਚੱਲਦੀ ਸੀ ਜੀ। ਔਰ ਉਹਨਾਂ ਨੇ ਇਸ ਕੰਮ ਵਾਸਤੇ ਅਫਗਾਨਿਸਤਾਨ ਤੋਂ ਇੱਕ ਬੰਦਾ ਫਲਾਈਟ ਤੇ ਉਚੇਚਾ ਮੰਗਾਇਆ ਸੀ ਜਿਹੜਾ ਇੱਥੇ ਆ ਕੇ ਸਾਰਾ ਕੰਮ ਕਰਦਾ ਸੀ। ਇਸ ਵੇਲੇ ਜੇ ਭਾਜਪਾ ਇਹ ਕਹਿੰਦੀ ਆ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ, ਕਾਂਗਰਸ ਨਹੀਂ ਕਰ ਸਕੀ ਜੀ, ਅਕਾਲੀ ਨਹੀਂ ਕਰ ਸਕੇ। ਹੁਣ ਜੇ ਭਾਜਪਾ ਕਹਿੰਦੀ ਆ, ਆਮ ਆਦਮੀ ਪਾਰਟੀ ਵੀ ਕਹਿੰਦੀ ਆ, ਜੇ ਅੱਜ ਭਾਜਪਾ ਨੇ ਖੁੱਲ੍ਹੇ ਤੌਰ ਤੇ ਵਾਅਦਾ ਕਰਤਾ, ਅਸੀਂ ਤੇ ਆਮ ਆਦਮੀ ਪਾਰਟੀ ਦੇ ਵਾਅਦੇ ਦਾ ਸਵਾਗਤ ਵੀ ਕੀਤਾ ਸੀ, ਭਾਜਪਾ ਦਾ ਕਿਉਂ ਨਾ ਕਰਾਂਗੇ? ਬਿਲਕੁਲ ਕਰੋ, ਤੁਸੀਂ ਕਰ ਦਿਓ ਆ ਕੇ। ਦੂਜੀ ਗੱਲ, ਭਾਜਪਾ ਨੇ ਰੁਜ਼ਗਾਰ ਦੀਆਂ, ਕਿਸਾਨਾਂ ਦੇ ਭਲੇ ਦੀਆਂ ਕਈ ਸਕੀਮਾਂ ਐਲਾਨੀਆਂ ਨੇ। ਜਦ ਤੱਕ ਅਸੀਂ ਉਹਨਾਂ ਸਕੀਮਾਂ ਸਾਰੀਆਂ ਨੂੰ ਪਰਖ ਨਾ ਲਈਏ, ਅਸੀਂ ਬਗੈਰ ਪਰਖੇ ਤੋਂ ਰੱਦ ਨਹੀਂ ਕਰ ਸਕਦੇ। ਇਹਦੇ 'ਚ ਇਹ ਆ ਕਿ ਭਾਜਪਾ ਆਪਣਾ ਇੱਕ ਪ੍ਰੋਗਰਾਮ ਦਿੰਦੀ ਪਈ ਆ, ਸੁਣ ਲਓ। ਕਿਸੇ ਵੋਟਾਂ ਪਾਉਣੀਆਂ ਪਾਓ, ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਇਤਰਾਜ਼ ਵੀ ਕਰੋ, ਪਰ ਉਹਦੇ ਮੈਨੀਫੈਸਟੋ ਵਿੱਚ ਨੁਕਸ ਕੱਢਣਾ ਹੋਰ ਗੱਲ ਹੁੰਦੀ ਆ। ਪਹਿਲਾਂ ਹੀ ਪੁਰਾਣੇ ਤਜਰਬੇ ਦੇ ਆਧਾਰ ਤੇ ਕਿ ਫਲਾਣੇ ਵੇਲੇ ਆਹ ਕੀਤਾ ਸੀ, ਉਹਨੂੰ ਰਿਜੈਕਟ ਕਰ ਦਿਓ, ਉਹ ਨਹੀਂ। ਇਸ ਵੇਲੇ ਸਾਰੀਆਂ ਪਾਰਟੀਆਂ ਨੇ ਤੁਹਾਡੇ ਕੋਲ ਆ ਕੇ ਆਪੋ ਆਪਣਾ ਪ੍ਰੋਗਰਾਮ ਦੇਣਾ। ਜੀ, ਜਿਹਦਾ ਕਿਸੇ ਦਾ ਪੁਰਾਣਾ ਤਜਰਬਾ ਕੌੜਾ ਹੋਵੇ, ਤੁਸੀਂ ਕਹੋ ਫਲਾਣੇ ਵੇਲੇ ਤੂੰ ਕੀ ਕੀਤਾ ਸੀ, ਹੁਣ ਦੱਸਦਾ। ਪਰ ਜਿਹੜੀਆਂ ਪਾਰਟੀਆਂ ਨੇ ਅਜੇ ਤੱਕ ਪੰਜਾਬ ਵਿੱਚ ਇਹੋ ਜਿਹਾ ਕੰਮ ਕੀਤਾ ਨਹੀਂ, ਉਹ ਪਾਰਟੀਆਂ ਜਿਸ ਤਰ੍ਹਾਂ ਆ ਕੇ ਆਪਣਾ ਪ੍ਰੋਗਰਾਮ ਰੱਖਦੀਆਂ, ਨਰਿੰਦਰ ਮੋਦੀ ਹੋਏ, ਭਾਰਤੀ ਜਨਤਾ ਪਾਰਟੀ ਦੇ ਲੀਡਰ ਹੋਣ, ਜੋ ਰੱਖਦੇ ਆ, ਕੱਲ੍ਹ ਨੂੰ ਗਲਤ ਹੋਵੇਗਾ, ਸਾਨੂੰ ਨੁਕਤਾਚੀਨੀ ਕਰਨ ਦਾ ਹੱਕ ਆ। ਪਰ ਅੱਜ ਜੇ ਉਹਨਾਂ ਨੇ ਕੋਈ ਚੰਗੀ ਗੱਲ ਕਹਿਤੀ ਹੈ, ਅਸੀਂ ਕਹਿ ਦਿਆਂਗੇ ਚੰਗੀ ਹੈ। ਕਈ ਗੱਲਾਂ ਦੇ ਉੱਤੇ ਲੋਕਾਂ ਨੂੰ ਇਤਰਾਜ਼ ਹੋ ਸਕਦੇ ਆ, ਫਲਾਣਾ ਵਾਅਦਾ ਕੀਤਾ ਪੂਰਾ ਨਹੀਂ ਕੀਤਾ ਜੀ, ਪੁਰਾਣੀ ਗੱਲਾਂ ਨਹੀਂ। ਉਹਨਾਂ ਨੇ ਆਉਣਾ ਲੋਕਾਂ 'ਚ, ਲੋਕਾਂ ਦੀ ਸਾਥ ਵਿੱਚ ਜਾਣਗੇ, ਲੋਕ ਸਵਾਲ ਕਰਨਗੇ। ਸਵਾਲ ਕਰਨ ਦਾ ਲੋਕਾਂ ਨੂੰ ਹੱਕ ਹੈ, ਜਵਾਬ ਦੇਣ ਦਾ ਉਹਨਾਂ ਨੂੰ ਹੱਕ ਹੈ। ਇੱਕ ਗੱਲ ਉਹਨਾਂ ਨੇ ਚੰਗੀ ਕਹਿਤੀ ਕਿ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਪਿਤਾ ਪੁਰਖੀ ਖਤਮ ਕਰਨੀ ਚਾਹੀਦੀ ਹੈ। ਇੱਥੇ ਜਿਹੜੀ ਇੰਡਸਟਰੀ ਵਾਂਗ, ਕਾਰੋਬਾਰ ਵਾਂਗ, ਖੇਤੀ ਵਾਂਗ ਪਿਤਾ ਪੁਰਖੀ ਚੱਲ ਪਈ, ਉੱਥੇ ਪਿਤਾ ਪੁਰਖੀ ਚੱਲ ਸਕਦੀ ਹੈ, ਲੋਕਤੰਤਰ 'ਚ ਠੀਕ ਨਹੀਂ ਜੀ। ਇਹਦਾ ਗੁੱਸਾ ਪੰਜਾਬ 'ਚ ਅਕਾਲੀਆਂ ਨੂੰ ਲੱਗਾ ਹੋਊਗਾ, ਹੋਰ ਤੇ ਕਿਸੇ ਨੂੰ ਲੱਗਣਾ ਨਹੀਂ। ਪਿਤਾ ਪੁਰਖੀ ਇਕੱਲੀ ਉਹਨਾਂ 'ਚ। ਬਿਲਕੁਲ ਮੋਦੀ ਸਾਹਿਬ ਨੇ ਉਦੋਂ ਆਖੀ ਹੈ ਜਦੋਂ ਅਕਾਲੀਆਂ ਨਾਲੋਂ ਸਮਝੌਤਾ ਟੁੱਟ ਗਿਆ। ਦੇਰ ਆਏ ਦਰੁਸਤ ਆਏ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਉਦੋਂ ਕਿਉਂ ਨਾ ਆਖੀ ਜਦੋਂ ਬਾਦਲ ਸਾਹਿਬ ਤੁਹਾਡੇ ਨਾਲ ਸੀ। ਨਹੀਂ ਆਖੀ, ਗੱਠਜੋੜ ਦੀਆਂ ਮਜਬੂਰੀਆਂ ਸੀ। ਜੇ ਹੁਣ ਆਖਣ ਤੇ ਅਸੀਂ ਆਖਾਂਗੇ ਜਿਹੜੀ ਗੱਲ ਇੱਥੇ ਆਖੀ ਜੇ, ਸਾਰੇ ਭਾਰਤ ਵਿੱਚ ਜਿੱਥੇ ਵੀ ਕਿਤੇ ਪਿਤਾ ਪੁਰਖੀ ਆ ਜੀ, ਉਹ ਇੱਕ ਸਟੈਂਡ ਹੋਣਾ ਚਾਹੀਦਾ ਕਿ ਲੋਕਤੰਤਰ ਤੇ ਪਿਤਾ ਪੁਰਖੀ ਦੋਵੇਂ ਨਾਲ ਨਾਲ ਨਹੀਂ ਚੱਲ ਸਕਦੇ। ਜੀ ਪੰਜ ਸਾਹਿਬ, ਅੱਗੇ ਵਧਦੇ ਹਾਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੇ ਮੰਨ ਲਿਆ ਕਿ ਪੈਸੇ ਤਾਂ ਕਮਾਏ ਹੈ। ਈਡੀ ਕਈ ਦਿਨਾਂ ਤੋਂ ਪੁੱਛ ਪੜਤਾਲ ਕਰ ਰਹੀ ਸੀ, ਗ੍ਰਿਫਤਾਰੀ ਤੋਂ ਬਾਅਦ ਹੁਣ ਇਹ ਗੱਲਾਂ ਨਿਕਲ ਕੇ ਸਾਹਮਣੇ ਆਉਣੀਆਂ। ਕੀ ਪ੍ਰਭਾਵ ਚੋਣਾਂ ਤੇ ਵੀ ਪੈ ਸਕਦਾ ਇਹਦਾ? ਹੁਣ ਇਹ ਕਿਹਨੇ ਆਖਿਆ ਕਿ ਉਹਨੇ ਮੰਨ ਲਿਆ? ਐਨਫੋਰਸਮੈਂਟ ਡਾਇਰੈਕਟੋਰੇਟ ਨੇ। ਜੀ, ਇਹਨਾਂ ਨੇ ਫੜਿਆ ਸੀ ਮੁੰਡਾ, ਉੱਥੇ ਉਹਦੇ ਕੋਲੋਂ ਇੰਨੇ ਨੋਟ ਮਿਲੇ ਕਿ ਮਸ਼ੀਨਾਂ ਲਿਆਂਦੀਆਂ ਗਿਣਨ ਵਾਸਤੇ, ਸਾਰਾ ਕੁਝ ਲੋਕਾਂ ਸਾਹਮਣੇ ਸੀ। ਜੀ, ਇਹਨਾਂ ਆਖਿਆ ਪੇਸ਼ ਹੋ ਕੇ ਜਵਾਬ ਦਿਓ, ਆ ਗਿਆ। ਇਹਨਾਂ 6 ਘੰਟੇ ਪੁੱਛਗਿੱਛ ਕਰਕੇ ਅੰਦਰ ਸਿੱਖਾਂ ਦੇ ਤਾੜਤਾ, ਆਖਿਆ ਸਾਡੇ ਕੋਲ ਹੈ। ਹੁਣ ਇੰਨੇ ਦਿਨ ਆਉਣ ਤੋਂ ਬਾਅਦ ਇਹਨਾਂ ਦੇ ਕੋਲ ਜਦੋਂ ਇੰਨੇ ਦਿਨ ਰਿਹਾ, ਉਹ ਇਹ ਕਹਿੰਦੇ ਆ ਕਿ ਉਹਨੇ ਸਭ ਕੁਝ ਮੰਨ ਲਿਆ। ਮੈਂ ਇਹ ਮੰਨ ਕੇ ਚੱਲਦਾ ਕਿ ਉਹਨੇ ਮੰਨ ਲਿਆ ਉਹ, ਜਦੋਂ ਉਹ
ਜੁਡੀਸ਼ੀਅਲ ਰਿਮਾਂਡ ਦੇ ਉੱਤੇ ਜੇਲ੍ਹ ਵਿੱਚ ਚਲਾ ਗਿਆ, ਉਹਦੇ ਵਕੀਲ ਨੇ ਜਾ ਕੇ ਅਦਾਲਤ ਵਿੱਚ ਅਰਜੀ ਦੇਣੀ ਹੈ ਕਿ ਸਾਰਾ ਇਕਬਾਲੀਆ ਬਿਆਨ ਉਹਨੇ ਉਦੋਂ ਦਿੱਤਾ ਜਦੋਂ ਅਨਫੋਰਸਮੈਂਟ ਵਾਲਿਆਂ ਦੀ ਜਕੜ ਵਿੱਚ ਸੀ। ਅੰਦਰ ਕੀ ਪਤਾ ਕਿੰਨਾ ਉਹਨੂੰ ਧਮਕਾ ਕੇ, ਡਰਾ ਕੇ, ਤਸ਼ੱਦਦ ਕਰਕੇ, ਕੀ ਕੁਝ ਕਰਕੇ ਉਹਦੇ ਤੋਂ ਮਨਾਇਆ ਗਿਆ ਤੇ ਉਹਨੇ ਇਕਬਾਲ ਕਰ ਲਿਆ। ਉੱਥੇ ਜਾ ਕੇ ਅਦਾਲਤ ਵਿੱਚ ਫਿਰ ਬਹਿਸ ਹੋਣੀ ਆ ਕਿ ਉਹਨੇ ਗੱਲਾਂ ਮੰਨੀਆਂ ਜਾਂ ਉਹਨੂੰ ਮਨਵਾਈਆਂ ਗਈਆਂ। ਪਰ ਇਹ 'ਚੋਂ ਇੱਕ ਗੱਲ ਜਿਹੜੀ ਨੋਟ ਕਰਨ ਵਾਲੀ ਉਹ ਇਹ ਕਿ ਪਤਾ ਲੱਗਾ ਕਿ ਉਹਦੇ ਉੱਤੇ ਉਹ ਕਹਿੰਦੇ ਜੀ ਉਹਨੇ ਮੰਨ ਲਿਆ ਕਿ ਮੈਂ ਨਜਾਇਜ਼ ਮਾਈਨਿੰਗ 'ਚੋਂ ਪੈਸਾ ਕਮਾਇਆ। ਇਹ ਤਾਂ ਸਾਰਿਆਂ ਨੂੰ ਪਤਾ ਪਹਿਲਾਂ ਹੀ। ਦੂਜੀ ਗੱਲ ਕਹਿੰਦੇ ਜੀ ਉਹਨੇ ਕਮਾਈ ਬਾਰੇ ਇਹ ਵੀ ਮੰਨ ਲਿਆ ਕਿ ਮੈਂ ਵੱਡੇ ਅਫਸਰਾਂ ਦੀਆਂ ਬਦਲੀਆਂ ਵੀ ਕਰਵਾਈਆਂ ਤੇ ਨਵੀਆਂ ਨਿਯੁਕਤੀਆਂ, ਅਪਾਇੰਟਮੈਂਟਾਂ ਵੀ ਮੈਂ ਕਰਵਾਈਆਂ, ਉਹਦੇ ਵਿੱਚੋਂ ਵੀ ਕਰੋੜਾਂ ਕਮਾਏ। ਮੈਂ ਮੰਨ ਕੇ ਚੱਲਦਾ ਕਿ ਉਹਨੇ ਕਮਾਏ ਹੋਣਗੇ। ਪਰ ਜੇ ਉਹਨੇ ਐਨਫੋਰਸਮੈਂਟ ਡਾਇਰੈਕਟੋਰੇਟ ਕੋਲ ਇਹ ਮੰਨ ਲਿਆ ਕਿ ਵੱਡੇ ਅਫਸਰਾਂ ਦੀਆਂ ਟਰਾਂਸਫਰਾਂ ਤੇ ਨਿਯੁਕਤੀਆਂ ਮੈਂ ਕਰਵਾਈਆਂ ਤੇ ਕਰੋੜਾਂ ਕਮਾਏ ਆ ਜੀ, ਤੇ ਉਹਨੇ ਅਫਸਰਾਂ ਦੇ ਨਾਮ ਵੀ ਤੇ ਦੱਸੇ ਹੋਣਗੇ। ਬਿਲਕੁਲ। ਫਿਰ ਅੱਜ ਸ਼ਾਮ ਨਹੀਂ ਭਲਕੇ ਸਵੇਰ ਤੱਕ ਐਨਫੋਰਸਮੈਂਟ ਨੂੰ ਚਾਹੀਦਾ ਕਿ ਰੱਸੇ ਲੈ ਕੇ ਉਹਨਾਂ ਅਫਸਰਾਂ ਦੇ ਮਗਰ ਵੀ ਚੱਲ ਜੇ। ਬੱਚੂ ਆਓ ਹਾਂ ਪੇਸ਼ ਹੋ, ਤੁਸੀਂ ਪੈਸੇ ਦੇ ਦੇ ਕੇ ਪੋਸਟਾਂ ਲੈਂਦੇ ਸੀ। ਆ ਪਿਛਲੇ ਹਫ਼ਤੇ ਇੱਕ IAS ਅਫਸਰ ਪੰਜਾਬ 'ਚ ਫੜਿਆ ਗਿਆ, ਮੋਟੀ ਰਕਮ ਲੈਂਦਾ। ਉਹ IAS ਅਫਸਰ ਜਿਹੜੀ ਕੁਰਸੀ ਤੇ ਗਿਆ ਸਾਰੀਆਂ ਦੇ ਉੱਤੇ ਉਹਦੀ ਬਦਨਾਮੀ ਬਹੁਤ ਸੀ ਜੀ, ਹਰ ਥਾਂ ਤੇ ਜਿੱਥੇ ਵੀ ਜਾਂਦਾ ਸੀ ਬਦਨਾਮੀ ਬਹੁਤ ਸੀ। ਉਹਨੂੰ ਵੀ CBI ਨੇ ਫੜਿਆ। ਇਹ ਵੀ ਹੁਣ ਕੇਂਦਰੀ ਏਜੰਸੀ ਕੋਲ ਹੈ। ਜੇ ਇਹਨੇ ਇਕਬਾਲੀਆ ਬਿਆਨ 'ਚ ਇਹ ਦੱਸਿਆ ਕਿ ਮੈਂ ਆਹ ਕੰਮ ਕਰਵਾਉਂਦਾ ਰਿਹਾ, ਅਫਸਰਾਂ ਦੀਆਂ ਅਪਾਇੰਟਮੈਂਟਾਂ ਦੇ ਵਿੱਚੋਂ ਤੇ ਟਰਾਂਸਫਰਾਂ 'ਚੋਂ ਪੈਸੇ ਖਾਂਦਾ ਰਿਹਾ, ਤੇ ਇਹ ਜ਼ਰੂਰ ਦੱਸਿਆ ਹੋਵੇਗਾ ਕਿ ਕਿਹੜੇ ਅਫਸਰ ਨੂੰ ਕਿਹੜੀ ਕਮਾਈ ਵਾਲੀ ਮਲਾਈਦਾਰ ਪੋਸਟ ਮੈਂ ਦਵਾਈ ਹੈ। ਤੇ ਜੇ ਇਹਨੇ ਦੱਸ ਦਿੱਤਾ ਤੇ ਉਹਦੇ 'ਚੋਂ ਮਤਲਬ ਇਹ ਆਖਣਾ ਕਿ ਇਹਨੂੰ ਛੱਡ ਦਿੱਤਾ ਜਾਵੇ, ਛੱਡਿਆ ਨਹੀਂ ਜਾਣਾ ਚਾਹੀਦਾ। ਉੱਥੇ ਹੁਣ ਕਲੀਅਰ ਹੈ ਕਿ ਜਿੰਨੇ ਅਫਸਰ ਆ ਉਹਨਾਂ ਸਾਰਿਆਂ ਨੂੰ ਸੱਦ ਕੇ ਪੁੱਛਣਾ ਚਾਹੀਦਾ ਕਿ ਇਹ ਪੋਸਟਾਂ ਲੈਣ ਵਾਸਤੇ ਤੁਹਾਡੇ ਇੰਨੇ ਪੈਸੇ ਕਿੱਥੋਂ ਆਏ ਸੀ ਜੀ। ਔਰ ਜਿਹੜੀਆਂ ਤਰੀਕਾਂ ਨੂੰ ਮੁੰਡਾ ਦੱਸਦਾ ਕਿ ਮੇਰੇ ਕੋਲ ਆਏ ਸੀ ਇਹ ਅਫਸਰ, ਉਹਦੇ ਘਰ ਤੇ CCTV ਕੈਮਰੇ ਆ, ਜਾ ਕੇ ਚੈੱਕ ਕਰ ਲਓ ਵੀ ਉਸ ਦਿਨ ਆਏ ਕਿ ਨਹੀਂ ਆਏ। ਕੈਮਰਿਆਂ ਨੇ ਦੱਸ ਹੀ ਦੇਣਾ ਸਾਰਾ ਕੁਝ। ਸਭ ਤੋਂ ਵੱਡਾ ਚੁਗਲ ਕੈਮਰਾ, ਉਹਨੇ ਇਹਨਾਂ ਨੂੰ ਫਸਾ ਦੇਣਾ। ਅੱਗੇ ਦੂਜਿਆਂ ਨੂੰ CCTV ਕੈਮਰਿਆਂ ਤੋਂ ਫੜਦੇ ਹੁੰਦੇ ਆ, ਫਿਰ ਇਹ ਆਪ ਫੜੇ ਫਿਰਨਗੇ। ਕਾਰਵਾਈ ਅੱਗੇ ਹੋਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਉਸ ਮੁੰਡੇ ਦੀ ਪੁੱਛਗਿੱਛ ਤੇ ਜਾ ਕੇ ਕਾਰਵਾਈ ਖਤਮ ਕਰਤੀ ਜਾਵੇ। ਜੀ, ਪਰ ਸਰ ਸਿਮਰਜੀਤ ਸਿੰਘ ਬੈਂਸ ਦੀ ਵੀ ਅੱਜ ਗ੍ਰਿਫਤਾਰੀ ਹੋਈ ਹੈ। ਇਹਦਾ ਕਾਰਨ ਕੀ ਹੈ ਉਹਦੀ ਗ੍ਰਿਫਤਾਰੀ ਦੇ ਪਿੱਛੇ? ਕਿਉਂਕਿ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਸੀ ਕਿ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ। ਕਈ ਦਿਨ ਦੇ ਵਾਰੰਟ ਜਾਰੀ ਕੀਤੇ ਗਏ ਸੀਗੇ। ਉਸ ਤੋਂ ਬਾਅਦ ਕਈ ਦਿਨ ਤੋਂ ਜੇਕਰ ਦੇਖਿਆ ਜਾਵੇ ਤਾਂ ਮੀਡੀਆ ਦੇ ਸਾਹਮਣੇ ਵੀ ਨਹੀਂ ਆ ਰਿਹਾ ਸੀ, ਤੇ ਇੱਥੋਂ ਤੱਕ ਕਿ ਕਿਸੇ ਤਰ੍ਹਾਂ ਦਾ ਕੋਈ ਬਿਆਨ ਵੀ ਖਬਰਾਂ ਦੇ ਵਿੱਚ ਨਹੀਂ ਲੱਗ ਰਿਹਾ ਸੀ। ਉਹ ਉਹਦੇ ਲੁਕਣ ਛਿਪਣ ਦਾ ਕਾਰਨ ਇਹੀ ਸੀ ਕਿ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ। ਦੇਖੋ, ਉਹ ਕਈ ਪੱਤਨਾਂ ਦਾ ਤਾਰੂ ਹੈ। ਜਦੋਂ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਵੱਧ ਨੇੜੇ ਹੁੰਦਾ ਸੀ ਜੀ, ਉਦੋਂ ਇੱਕ ਵਾਰੀ ਅਦਾਲਤ ਵਿੱਚ ਇੱਕ ਮੈਜਿਸਟਰੇਟ ਕੁੱਟਿਆ ਗਿਆ, ਉਹਦੇ ਵਿੱਚ ਸਿਮਰਜੀਤ ਬੈਂਸ ਦਾ ਨਾਮ ਆਉਂਦਾ ਸੀ ਜੀ। ਪਹਿਲਾਂ ਉਹਨੂੰ ਗ੍ਰਿਫਤਾਰ ਨਹੀਂ ਕਰਦੇ, ਹਾਈ ਕੋਰਟ ਦੇ ਦਬਾਅ ਦੇ ਥੱਲੇ ਗ੍ਰਿਫਤਾਰ ਕੀਤਾ ਗਿਆ। ਉਹਨੂੰ ਜੇਲ੍ਹ 'ਚ ਤਾੜ ਦਿੱਤਾ ਗਿਆ ਤੇ ਰਾਤ ਨੂੰ 8 ਵਜੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੇਲ੍ਹ ਦੇ ਅੰਦਰ ਉਹਨੂੰ ਮਿਲਣ ਤੇ ਪ੍ਰਬੰਧ ਕਰਨ ਗਿਆ ਸੀ ਕਿ ਸਾਡਾ ਬੰਦਾ ਠੀਕ ਠਾਕ ਆਰਾਮ ਨਾਲ ਰਹੇ ਜੀ। ਬਾਅਦ ਵਿੱਚ ਦੋਵਾਂ ਦੇ ਸੰਬੰਧ ਵਿਗੜ ਗਏ। ਫਿਰ ਉਹ ਕਈਆਂ ਪਾਰਟੀਆਂ ਨਾਲ ਨੇੜੇ ਰਿਹਾ, ਭਾਜਪਾ ਦੇ ਵੀ ਨੇੜੇ ਰਿਹਾ, ਕਾਂਗਰਸ ਨਾਲ ਵੀ ਨੇੜਤਾ ਸੀ। ਅੱਜ ਕੱਲ੍ਹ ਉਹਦਾ ਝਗੜਾ ਕਮਲਜੀਤ ਕੜਵਲ ਨਾਲ ਹੈ, ਪਰ ਕਮਲਜੀਤ ਕੜਵਲ ਪਹਿਲਾਂ ਉਹਦਾ ਮਿੱਤਰ ਸੀ, ਦੋਵੇਂ ਇਕੱਠੇ ਨੇ। ਇਸ ਮਾਮਲੇ 'ਚ ਜਿਹੜਾ ਕੱਲ੍ਹ ਝਗੜਾ ਹੋਇਆ, ਇਹ ਲੀਡਰਾਂ ਦੀਆਂ ਆਪਸੀ ਦੋਸਤੀਆਂ ਤੋਂ ਬਾਅਦ ਆਪਸ ਵਿੱਚ ਝਗੜਿਆਂ 'ਚ ਇੱਟ ਵੱਟਾ, ਤੇਜ਼ ਧਾਰ ਹਥਿਆਰ, ਬੰਦੂਕਾਂ ਨਿਕਲਦੀਆਂ ਜੇ ਚੱਲ ਜਾਂਦੀਆਂ ਨੇ। ਮੈਂ ਅੱਜ ਤੱਕ ਇਹੋ ਜਿਹੇ ਝਗੜਿਆਂ 'ਚ ਲੀਡਰ ਕੋਈ ਮਰਦਾ ਵੇਖਿਆ ਨਹੀਂ। ਸ਼ਾਇਦ ਕੋਈ ਇੱਕ ਅੱਧਾ ਮਰ ਗਿਆ ਹੋਵੇ। ਮਰਦੇ ਕੌਣ ਹੁੰਦੇ? ਜਾਂ ਤਾਂ ਰਾਹ ਜਾਂਦੇ ਲੋਕ, ਜਾਂ ਦੋਵਾਂ ਤਰ੍ਹਾਂ ਦੇ ਵਰਕਰ ਮਰਦੇ ਹੁੰਦੇ ਆ, ਲੀਡਰ ਬਚ ਜਾਂਦੇ ਹੁੰਦੇ ਆ। ਇਹ ਜਿਹਦਾ ਵੀ ਕਿਸੇ ਦਾ ਕੋਈ ਕਸੂਰ ਹੋਵੇ, ਸਿਮਰਜੀਤ ਬੈਂਸ ਹੋਵੇ, ਕੜਵਲ ਹੋਵੇ ਜਾਂ ਕੋਈ ਹੋਰ ਹੋਵੇ, ਉਹਦੇ ਖਿਲਾਫ ਕਾਨੂੰਨੀ ਤੌਰ ਦੇ ਉੱਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਨੂੰ ਕਿਸੇ ਕਿਸਮ ਦੀ ਕੋਈ ਛੋਟ ਨਹੀਂ ਦੇਣੀ ਚਾਹੀਦੀ ਜੀ। ਪਰ ਦੂਜੀ ਗੱਲ ਵੀ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਜਿਹੜਾ ਇਹ ਪ੍ਰਭਾਵ ਹੈ ਕਿ ਇਹੋ ਜਿਹੇ ਮੌਕੇ ਜਦੋਂ ਚੋਣਾਂ ਲੜੀਆਂ ਜਾ ਰਹੀਆਂ ਨੇ, ਉਦੋਂ ਇੱਕ ਆਜ਼ਾਦ ਉਮੀਦਵਾਰ ਨੂੰ ਜਿਹੜਾ ਲੁਧਿਆਣੇ 'ਚ ਧੜੱਲੇਦਾਰ ਹੈ, ਅੱਗੇ ਦੋਵੇਂ ਭਰਾ ਜਿੱਤਦੇ ਰਹੇ, ਆਜ਼ਾਦ ਖਲੋ ਕੇ ਜਿੱਤ ਜਾਂਦੇ ਰਹੇ, ਫਿਰ ਉਹਨਾਂ ਲੋਕ ਇਨਸਾਫ ਪਾਰਟੀ ਬਣਾ ਲਈ। ਹੁਣ ਫਿਰ ਦੋਵੇਂ ਭਰਾ ਚੋਣ ਲੜਦੇ ਪਏ ਨੇ, ਉਹਨਾਂ ਦੇ ਬੰਦੇ ਹੋਰ ਵੀ ਖਲੋਤੇ ਨੇ। ਉਹਨੂੰ ਚੋਣਾਂ ਚੱਲਦੀਆਂ ਦੌਰਾਨ ਇਹੋ ਜਿਹੇ ਮੌਕੇ ਜੇ ਗ੍ਰਿਫਤਾਰ ਕੀਤਾ ਜਾਵੇ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਇਹ ਵੀ ਪ੍ਰਭਾਵ ਜਾ ਸਕਦਾ ਕਿ ਕੇਸ ਬਣਦਾ ਨਹੀਂ ਸੀ ਬਣਾਇਆ ਗਿਆ। ਉਹਦੇ ਉੱਤੇ ਇੱਕ ਹੋਰ ਕੇਸ ਵੀ ਆ, ਉਸ ਕੇਸ ਦੇ ਵਿੱਚ ਵੀ ਇਹ ਗੱਲ ਜਦੋਂ ਚੱਲ ਪਈ ਕਿ ਕੇਸ ਦਾ ਵਕੀਲ ਉਹ ਹੈ ਜਿਹੜਾ ਸਿਆਸੀ ਵਿਰੋਧੀ ਵੀ ਹੈ ਜੀ, ਉਹਦੇ ਨਾਲ ਕਈ ਗੱਲਾਂ ਜੁੜਦੀਆਂ।
ਜਿਨ੍ਹਾਂ 'ਚੋਂ ਅੰਤ ਨੂੰ ਕੋਰਟ ਵਿੱਚ ਜਾ ਕੇ ਸਿਮਰਜੀਤ ਸਿੰਘ ਬੈਂਸ ਦਾ ਕਾਨੂੰਨੀ ਪੱਖ ਤੋਂ ਫਾਇਦਾ ਵੀ ਹੋ ਸਕਦਾ। ਇਹ ਬੜਾ ਕਸੂਤਾ ਜਿਹਾ ਕੰਮ ਹੈ। ਜਿਹੜੇ ਲੋਕ ਸਮਝਦੇ ਆ ਕਿ ਬੈਂਸ ਫਸ ਗਿਆ ਇਕੱਲਾ ਫਸ ਗਿਆ ਨਹੀਂ, ਕਾਨੂੰਨ ਦੀਆਂ ਕਈ ਬਰੀਕੀਆਂ ਹੁੰਦੀਆਂ, ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਸ ਵਕਤ ਲੋਕੀ ਗਰਮਾ ਗਰਮੀ 'ਚ ਸੋਚਦੇ ਨਹੀਂ ਤੇ ਬਾਅਦ ਵਿੱਚ ਪਤਾ ਲੱਗਦਾ ਕਿ ਆਹ ਗੱਲ ਇੱਦਾਂ ਵੀ ਹੋ ਸਕਦੀ ਹੈ। ਮੈਂ ਸਮਝਦਾ ਕਿ ਇਸ ਵੇਲੇ ਪੁਲਿਸ ਅਫਸਰਾਂ 'ਤੇ ਜ਼ਿੰਮੇਵਾਰੀ ਹੈ ਕਿ ਇਹੋ ਜਿਹੇ ਕੇਸ ਦੀ ਪੁਣਛਾਣ ਕਰਨ ਲੱਗਿਆ ਤੱਕੜੀ ਦਾ ਤੋਲ ਜਿਹੜਾ ਨਾ ਬਰਾਬਰ ਰੱਖਣ, ਕਿਸੇ ਧਿਰ ਦਾ ਲਿਹਾਜ਼ ਨਾ ਕਰਨ ਤੇ ਕਿਸੇ ਨੂੰ ਫਸਾਉਣ ਦਾ ਦਾਗ ਆਪਣੇ ਮੱਥੇ ਤੇ ਨਾ ਲਵਾਉਣ। ਬਿਲਕੁਲ, ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣ। ਜੀ ਪੰਜ ਸਾਹਿਬ, ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਮਿਲੀ ਆ। ਪੈਰੋਲ ਮਿਲਣ ਤੋਂ ਬਾਅਦ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਆ ਕਿ ਭਾਈ ਹੁਣ ਆਹ ਪਾਰਟੀ ਨੂੰ ਫਾਇਦਾ ਹੋ ਜੂ, ਇਹਨੂੰ ਹੋ ਜੂਗਾ, ਪਤਾ ਨਹੀਂ ਕਿਹਨੂੰ ਹੋਣਾ। ਪਰ ਤੁਸੀਂ ਕੀ ਦੇਖਦੇ ਆ, ਕਿੰਨਾ ਕੁ ਪ੍ਰਭਾਵ ਰਾਜਨੀਤਿਕ ਪਾਰਟੀਆਂ ਤੇ ਪੈ ਸਕਦਾ ਜਾਂ ਚੋਣਾਂ ਤੇ? ਦੇਖੋ, ਉਹਨੂੰ ਪੈਰੋਲ ਮਿਲ ਗਈ ਆ ਜੀ, ਇਹੋ ਜਿਹੇ ਮੌਕੇ ਪੈਰੋਲ ਨਾ ਦਿੱਤੀ ਜਾਂਦੀ ਜ਼ਿਆਦਾ ਠੀਕ ਹੋਣਾ ਸੀ। ਦਿੱਤੀ ਗਈ ਆ, ਕਾਨੂੰਨੀ ਤੌਰ ਤੇ ਉਹਦਾ ਹੱਕ ਬਣਦਾ ਸੀ, ਪਰ ਜਦੋਂ ਕਾਨੂੰਨੀ ਪੈਰੋਲ ਵੀ ਦੇਣੀ ਹੋਵੇ ਤੇ ਵੇਖਣਾ ਹੁੰਦਾ ਕਿ ਇਹਦੇ ਬਾਹਰ ਆਉਣ ਨਾਲ ਹਾਲਾਤ ਤਾਂ ਨਹੀਂ ਵਿਗੜਨਗੇ। ਜੀ, ਇਹ ਰਿਪੋਰਟ DC SSP ਨੇ ਕਿਹਨੇ ਦਿੱਤੀ ਮੈਨੂੰ ਨਹੀਂ ਪਤਾ। ਜੇ ਇਹੋ ਜਿਹੇ ਮੌਕੇ ਤੇ ਨਾ ਛੱਡਦੇ ਤੇ ਜ਼ਿਆਦਾ ਚੰਗਾ ਹੋਣਾ ਸੀ। ਉਹਨਾਂ ਨੂੰ ਛੱਡਿਆ ਗਿਆ। ਬਹੁਤ ਸਾਰੇ ਲੋਕ ਕਹਿੰਦੇ ਆ ਜੀ ਉਹ ਆ ਗਿਆ, ਮਾਲਵੇ ਦੀਆਂ 36 ਸੀਟਾਂ 38 ਸੀਟਾਂ ਇੰਨੀਆਂ ਖੂੰਝ ਕੇ ਲੈ ਗਿਆ, ਕਰੋੜਾਂ ਵੋਟਾਂ ਨੇ। ਸਾਰੇ ਪੰਜਾਬ ਦੇ ਵਿੱਚ ਕਰੋੜਾਂ ਬਣਦੀਆਂ ਨੇ, ਉਹਦੇ ਵਿੱਚੋਂ ਮਾਲਵੇ ਅੱਧੇ 'ਚ 1.25 ਕਰੋੜ ਦੇ ਨੇੜੇ ਤੇੜੇ ਹੋਣਗੀਆਂ। ਉਹ 1.25 ਕਰੋੜ 'ਚੋਂ ਜੇ ਕਰੋੜ ਉਹਦੀਆਂ ਹੋਣ ਤੇ ਬਾਕੀ ਕਿਹਦੀਆਂ ਨੇ? ਜੀ। ਦੂਜੀ ਗੱਲ ਇਹ ਹੈ, ਉਹਦੇ ਡੇਰੇ ਬਾਰੇ ਬਹੁਤ ਜ਼ਿਆਦਾ ਭਰਮ ਪਾਏ ਜਾ ਰਹੇ ਔਰ ਉਹਦੇ ਡੇਰੇ ਦੇ ਪ੍ਰਬੰਧਕ ਆਪ ਭਰਮ ਪਾਉਂਦੇ ਆ। ਸਾਡੇ ਤਾਂ ਜੀ ਉੱਥੇ ਡੇਰੇ ਤੇ ਲੱਖਾਂ ਦਾ ਇਕੱਠ ਹੁੰਦਾ। ਮੈਂ ਕੱਲ ਫਿਰ ਪਤਾ ਕਰਾਇਆ ਕਿ ਉਹ ਡੇਰਾ ਕਿੱਡਾ ਕਿ 14 ਏਕੜ ਥਾਂ 'ਚ, ਉਸ 14 ਏਕੜ ਦੇ ਵਿੱਚੋਂ 6 ਏਕੜ ਜਗ੍ਹਾ ਛੱਤਿਆ ਹੋਇਆ। ਥੋੜ੍ਹੇ ਜਿਹੇ ਥਾਂ ਦੇ ਵਿੱਚ ਉਹਨਾਂ ਨੇ ਇੱਕ ਸਟੇਡੀਅਮ ਬਣਾਇਆ। ਸਟੇਡੀਅਮ ਨਾ ਕਹ ਲਓ, ਹਾਲ ਕਹਿ ਲਓ, ਔਰ ਜਿਹੜੇ ਪੁਰਾਣਾ ਡਾਟਾ ਹੁੰਦੀਆਂ ਸੀ ਨਾ ਗੁਲਾਈ ਵਾਲੇ ਦਰਵਾਜ਼ੇ, ਜੀ, ਉਹਨਾਂ ਡਾਟਾਂ ਵਾਲਾ ਉਹਨਾਂ ਦਾ ਹਾਲ ਹੈ। ਉਹਦੇ 'ਚ ਜਿੰਨੀ ਕੁ ਥਾਂ, ਮੇਰਾ ਖਿਆਲ 20-25 ਹਜ਼ਾਰ ਤੋਂ ਵੱਧ ਲੋਕ ਨਹੀਂ ਆ ਸਕਦੇ। ਉਹ ਕਹਿੰਦੇ 1 ਲੱਖ ਲੋਕ ਉੱਥੇ ਆਉਂਦੇ ਆ। 1 ਲੱਖ ਲੋਕ ਆਉਂਦੇ, ਪਤਾ ਨਹੀਂ ਫਿਰ ਕੁਝ ਲੋਕਾਂ ਨੂੰ ਹਵਾ 'ਚ ਬਿਠਾਉਂਦੇ ਹੋਣਗੇ। ਇਹ ਕਹਿਣਾ ਉੱਥੇ ਗੱਡੀਆਂ 10,000 ਆਉਂਦੀਆਂ, 10,000 ਗੱਡੀਆਂ ਲਾਉਣ ਜੋਗੀ ਥਾਂ ਕੋਈ ਨਹੀਂ। ਇਹ ਕਹਿਣਾ ਇੱਕ ਸੀਟ ਦੇ ਉੱਤੇ 40-40 ਹਜ਼ਾਰ ਵੋਟ ਹੈ, ਗਲਤ ਗੱਲ ਹੈ। ਸਰਦੂਲਗੜ੍ਹ ਹਲਕੇ 'ਚ ਉਹਨਾਂ ਦੀ 22-23-24 ਹਜ਼ਾਰ ਵੋਟ ਹੈਗੀ ਹੈ। ਜੀ, ਕੁਝ ਹਲਕੇ ਹੋਰ ਆ ਜਿਨ੍ਹਾਂ ਤੇ 5,000 7,000 8,000 ਹੈ। ਕੁਝ ਹਲਕੇ ਆ ਜਿਨ੍ਹਾਂ 'ਚ 1,000-1,200 ਵੋਟ ਹੈ। ਕੁਝ ਮਾਝੇ ਵਿੱਚ ਵੀ ਹਲਕੇ ਆ ਜਿੱਥੇ ਉਹਨਾਂ ਦੀ 200-300 ਵੋਟ ਹੈਗੀ, ਇਹ ਤੋਂ ਵੱਧ ਨਹੀਂ। ਔਰ ਉਹਨਾਂ ਦੀਆਂ ਵੋਟਾਂ ਸਾਰੀਆਂ ਇਕੱਠੀਆਂ ਨਹੀਂ ਪੈਣੀਆਂ। ਉਹਨਾਂ 'ਚ ਇਸ ਵਾਰੀ ਮਤਭੇਦ ਹੈ। ਕੁਝ ਲੋਕ ਕਹਿੰਦੇ ਜੀ ਜਿਹੜੇ ਹਲਕੇ 'ਚ ਅਸੀਂ ਬੈਠੇ ਸੀ, ਮੁਸ਼ਕਲ ਸਮੇਂ 'ਚ ਫਲਾਣੇ ਅਕਾਲੀ ਨੇ, ਫਲਾਣੇ ਕਾਂਗਰਸੀ ਨੇ, ਫਲਾਣੇ ਭਾਜਪਾ ਵਾਲੇ ਨੇ, ਫਲਾਣੇ ਆਮ ਆਦਮੀ ਪਾਰਟੀ ਵਾਲੇ ਨੇ ਸਾਡੀ ਮਦਦ ਕੀਤੀ, ਅਸੀਂ ਤੇ ਵੋਟ ਉਹਨੂੰ ਪਾਉਣੀ, ਡੇਰਾ ਜੋ ਮਰਜ਼ੀ ਆਕੇ। ਜੀ, ਜਿਹੜੀਆਂ ਨਿੱਜੀ ਪੱਧਰ ਦੀਆਂ, ਲੋਕਲ ਪੱਧਰ ਦੀਆਂ ਸਾਂਝਾਂ ਨੇ, ਉਹ ਵੀ ਭੁਗਤਾਈਆਂ ਜਾਣੀਆਂ। ਜੇ ਕੋਈ ਇਹ ਸਮਝੇ ਕਿ ਸਾਰੀਆਂ ਵੋਟਾਂ ਦੀ ਟੋਕਰੀ ਇਕੱਠੀ ਦੀ ਇਕੱਠੀ ਕਿਸੇ ਦੇ ਪਾਸੇ ਲੱਦਣ ਵਾਸਤੇ ਬਾਬਾ ਸੌਦਾ ਮਾਰ ਜੂ, ਉਹ ਸੌਦਾ ਇਸ ਵਾਰੀ ਬਾਬੇ ਤੋਂ ਨਹੀਂ ਵੱਜਣਾ। ਲੋਕ ਪਹਿਲਾਂ ਨਾਲੋਂ ਸਿਆਣੇ ਹੋ ਗਏ ਆ। ਇਹ ਠੀਕ ਆ ਕਿ ਬਾਬੇ ਦੇ ਸ਼ਰਧਾਲੂਆਂ 'ਚ 80% ਤੋਂ ਵੱਧ ਦੋ ਆ ਜਿਨ੍ਹਾਂ ਨੇ ਅੱਖਾਂ ਮੀਟ ਕੇ ਬਾਬੇ ਦੇ ਆਖੇ ਵੋਟਾਂ ਪਾਉਣੀਆਂ, ਪਰ 100% ਨਹੀਂ ਗੇ। ਉਹਨਾਂ 'ਚ ਬਹੁਤ ਸਾਰੇ ਉਹ ਆ ਜਿਹੜੇ ਕਹਿੰਦੇ ਜੀ ਅਸੀਂ ਆਪਣੇ ਸਥਾਨਕ ਲੋੜਾਂ ਵੀ ਵੇਖਣੀਆਂ, ਉਹ ਵੇਖ ਕੇ ਉਹਦੇ ਮੁਤਾਬਕ ਅਸੀਂ ਕੰਮ ਕਰਾਂਗੇ, ਉਹਨਾਂ ਨੇ ਦੇ ਆਕੇ ਵੋਟਾਂ ਨਹੀਂ ਪਾਉਣੀਆਂ। ਲੋਕ 500 ਵਾਕਈ ਸਿਆਣੇ ਹੋ ਗਿਆ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਤੁਸੀਂ ਖਬਰਾਂ 'ਚ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਹੈ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।